Dear student, today we are going to start very important articles, that is spherical refracting surfaces। बेटा ਅੱਜ ਦੇ ਜਿਹੜੇ ਆਰਟੀਕਲਸ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਇਹਨਾਂ ਨੂੰ ਕਵਰ ਕਰਨ ਦੇ ਲਈ ਬੇਟਾ ਘੱਟੋ ਘੱਟ ਮੇਰੇ 2 ਜਾਂ 3 ਜਿਹੜੇ ਲੈਕਚਰਸ ਜਿਹੜੇ ਆ ਲੱਗਣਗੇ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਹੈ ਇਹ ਵਰਕ ਹੈ ਤੇ ਇਹਨੂੰ ਬੇਟਾ ਧਿਆਨ ਨਾਲ ਸਮਝਣਾ ਹੈ। ਸਭ ਨਾਲੋਂ ਪਹਿਲਾਂ ਸਾਡੇ ਕੋਲ ਟੌਪਿਕ ਕੀ ਹੈ, ਵਾਟ ਇਜ਼ spherical refracting surfaces। spherical refracting surfaces ਹੁੰਦੇ ਕੀ ਹੈ ਬੇਟਾ? ਮੰਨ ਲਓ ਕਿ ਸਾਡੇ ਕੋਲ ਇੱਕ ਸਫੀਅਰ ਹੈ, ਕਾਹਦਾ ਬਣਿਆ ਹੈ? ਟ੍ਰਾਂਸਪੇਰੈਂਟ ਮਟੀਰੀਅਲ ਦਾ ਬਣਿਆ ਬੇਟਾ। ਟ੍ਰਾਂਸਪੇਰੈਂਟ ਮਟੀਰੀਅਲ ਦਾ ਸਪੋਜ਼ ਵੀ ਹੈਵ ਸਫੀਅਰ। ਜਿਸ ਤਰ੍ਹਾਂ ਮੰਨ ਲਓ ਬੇਟਾ ਇੱਕ ਸਫੀਅਰ ਹੈ, ਇਟ ਇਜ਼ ਮੇਡ ਅਪ ਆਫ ਟ੍ਰਾਂਸਪੇਰੈਂਟ ਮਟੀਰੀਅਲ। ਕੋਈ ਸਾਡੇ ਕੋਲ ਗਲਾਸ ਦਾ ਮੰਨ ਲਓ ਇੱਕ ਜਿਹੜਾ ਹੈ ਸਾਡੇ ਕੋਲ ਇੱਕ ਸਫੀਅਰ ਬਣਿਆ ਹੋਇਆ, ਇਹਦਾ ਕੁਝ ਹਿੱਸਾ ਅਸੀਂ ਲੈ ਲਈਏ। ਮੰਨ ਲਓ ਇੱਥੋਂ ਅਸੀਂ ਇਹਨੂੰ ਬ੍ਰੇਕ ਕਰਤਾ। ਜਦੋਂ ਅਸੀਂ ਬੇਟਾ ਇੱਥੋਂ ਇਹਨੂੰ ਬ੍ਰੇਕ ਕਰਤਾ, ਇਹਦੇ ਜਿਹੜੇ ਨੇ 2 ਪਾਰਟਸ ਹੋ ਜਾਂਦੇ ਨੇ। ਇਹਨੂੰ ਅਸੀਂ ਤੋੜ ਦਿੱਤਾ। ਇਹਦਾ ਜਿਹੜਾ ਇੱਕ ਹਿੱਸਾ ਜਿਹੜਾ ਮੇਰੇ ਕੋਲ ਦੇਖੋ ਬੇਟਾ ਇਸ ਤਰ੍ਹਾਂ ਦਾ ਆਏਗਾ, ਲਾਈਕ ਦਿਸ। ਇਹ ਜਿਹੜਾ ਹਿੱਸਾ ਆਇਆ ਦੇਖੋ ਮੇਰੇ ਕੋਲ, ਇਹ ਸਾਰਾ ਕੀ ਹੈਗਾ? ਇੱਧਰ ਗਲਾਸ, ਇਧਰਲੇ ਪਾਸੇ 에ਅਰ, ਇਧਰ ਕੀ ਹੈਗਾ ਸਾਡੇ ਕੋਲ? ਗਲਾਸ। ਇੱਕ ਸਫੀਅਰ ਕਾਹਦਾ ਬਣਿਆ ਹੈ? ਗਲਾਸ ਦਾ। ਕਹਿਣ ਦਾ ਮਤਲਬ ਟ੍ਰਾਂਸਪੇਰੈਂਟ ਮਟੀਰੀਅਲ ਦਾ ਇੱਕ ਸਫੀਅਰ ਹੈ, ਉਹਦਾ ਕੁਝ ਪਾਰਟ, ਉਹਦਾ ਕੁਝ ਹਿੱਸਾ, ਠੀਕ ਹੈ ਬੇਟਾ, ਉਹਨੂੰ ਅਸੀਂ ਕੀ ਬੋਲਦੇ ਆ? ਸਫੈਰੀਕਲ ਰੀਫਰੈਕਟਿੰਗ ਸਰਫੇਸ। ਬੇਟਾ ਆ ਜਿਹੜਾ ਕੁਝ ਹਿੱਸਾ ਲੈ ਲਿਆ ਮੈਂ, ਇਹ ਇੱਕ ਸਫੈਰੀਕਲ ਰੀਫਰੈਕਟਿੰਗ ਸਰਫੇਸ ਹੈ। ਭਾਵੇਂ ਤੁਸੀਂ ਇੱਥੋਂ ਲੈ ਲਓ ਕੁਝ ਹਿੱਸਾ, ਇਹ ਵੀ ਇੱਕ ਸਫੈਰੀਕਲ ਰੀਫਰੈਕਟਿੰਗ ਸਰਫੇਸ ਹੈ। ਜਿੱਥੋਂ ਮਰਜ਼ੀ ਤੁਸੀਂ ਇਹਦਾ ਕੁਝ ਪਾਰਟ ਲੈ ਲਓ, ਉਹਨੂੰ ਅਸੀਂ ਬੋਲਦੇ ਆ ਸਫੈਰੀਕਲ ਰੀਫਰੈਕਟਿੰਗ ਸਰਫੇਸਿਸ। ਹਾਂਜੀ ਬੇਟਾ ਕਲੀਅਰ? ਸਫੈਰੀਕਲ ਰੀਫਰੈਕਟਿੰਗ ਸਰਫੇਸ 2 ਤਰ੍ਹਾਂ ਦੇ ਨੇ ਸਾਡੇ ਕੋਲ। ਇੱਕ ਸਾਡੇ ਕੋਲ ਆਏਗਾ ਕਨਵੈਕਸ ਰੀਫਰੈਕਟਿੰਗ ਸਰਫੇਸ, ਦੂਜਾ ਸਾਡੇ ਕੋਲ ਆਏਗਾ concave refracting surface। There are 2 types of spherical refracting surfaces. One is convex and second is known as concave। बेटा जिस तरह ਅਸੀਂ 10th ਕਲਾਸ ਦੇ ਵਿੱਚ ਕਨਕੇਵ ਮਿਰਰ ਬਾਰੇ ਪੜਿਆ, ਕਨਵੈਕਸ ਮਿਰਰ ਬਾਰੇ ਪੜਿਆ, ਅਸੀਂ ਲੈਂਸ ਬਾਰੇ ਵੀ ਜਾਣਦੇ ਹਾਂ। 2 ਤਰ੍ਹਾਂ ਦੇ ਲੈਂਸ ਹੁੰਦੇ ਨੇ, ਕਨਵੈਕਸ ਲੈਂਸ ਤੇ ਇੱਕ ਤੁਹਾਡੇ ਕੋਲ ਦੂਜਾ ਕਿਹੜਾ ਹੁੰਦਾ ਬੇਟਾ? ਕਨਕੇਵ ਲੈਂਸ। ਇਸੇ ਤਰੀਕੇ ਦੇ ਨਾਲ ਸਾਡੇ ਕੋਲ 2 ਤਰ੍ਹਾਂ ਦੇ ਸਫੈਰੀਕਲ ਰੀਫਰੈਕਟਿੰਗ ਸਰਫੇਸਿਸ ਹੁੰਦੇ ਨੇ। ਇੱਕ ਕਨਵੈਕਸ ਹੁੰਦਾ ਹੈ ਤੇ ਦੂਸਰਾ ਬੇਟਾ ਹੁੰਦਾ ਸਾਡੇ ਕੋਲ ਕਨਕੇਵ। ਆਓ ਇਹਨਾਂ ਦੀ ਪਹਿਲਾਂ ਅਸੀਂ ਡਾਇਗਰਾਮਸ ਨੂੰ ਬੇਟਾ ਅਸੀਂ ਸਮਝਦੇ ਹਾਂ। ਆ ਧਿਆਨ ਨਾਲ ਦੇਖੋ ਬੇਟਾ, ਜਿਹੜੀ ਆ ਡਾਇਗਰਾਮ ਆਈ ਹੈ, ਇਟ ਇਜ਼ ਕਨਵੈਕਸ ਸਫੈਰੀਕਲ ਰੀਫਰੈਕਟਿੰਗ ਸਰਫੇਸ। ਬੇਟਾ ਜਿਹੜਾ ਮੈਂ ਪੋਰਸ਼ਨ ਸ਼ੇਡਡ ਕਰਦਾ ਨਾ, ਤੁਸੀਂ ਇਹਨੂੰ ਪੈਨਸਿਲ ਦੇ ਨਾਲ ਡਾਇਗਰਾਮ ਬਣਾਉਣੀ ਹੈ ਤੇ ਪੈਨਸਿਲ ਦੇ ਨਾਲ ਇਹਨੂੰ ਹਲਕਾ ਜਿਹੜਾ ਹੈ ਸ਼ੇਡ ਕਰ ਦੇਣਾ ਹੈ। ਉਹ ਸ਼ੇਡ ਇਸ ਕਰਕੇ ਕਰਨਾ ਹੈ ਕਿਉਂਕਿ ਸਾਨੂੰ ਪਤਾ ਲੱਗੇ ਕਿ ਇਹ ਕੋਈ ਡੈਂਸਰ ਮੀਡੀਅਮ ਹੈ, ਗਲਾਸ ਦਾ ਬਣਿਆ ਹੋਇਆ। ਬੇਟਾ ਇਹਦੇ ਇੱਕ ਸਾਈਡ ਦੇ ਉੱਤੇ ਬਾਹਰ ਦੇਖੋ ਸਾਡੇ ਕੋਲ ਕੀ ਆ ਰਿਹਾ ਹੈ? ਰੇਅਰ ਮੀਡੀਅਮ। ਤੇ ਅੰਦਰ ਵਾਲਾ ਜਿਹੜਾ ਹੈ ਬੇਟਾ ਸਾਡੇ ਕੋਲ ਜਿਹੜਾ ਮੀਡੀਅਮ ਹੈ, ਉਹ ਕਿਹੜਾ ਮੀਡੀਅਮ ਹੈ ਸਾਡੇ ਕੋਲ? ਇਟ ਇਜ਼ ਦਾ ਡੈਂਸਰ ਮੀਡੀਅਮ। ਇਧਰ 에ਅਰ ਹੈ, ਇਧਰ ਡੈਂਸਰ ਹੈ ਤੇ ਬੇਟਾ ਥਰੂ ਆਊਟ ਬਾਅਦ ਚੋਂ ਡੈਂਸਰ ਹੀ ਰਹਿਣਾ ਹੈ। ਇਹਦਾ ਬਾਅਦ ਚੋਂ ਮੀਡੀਅਮ ਦਾ ਬੇਟਾ ਦੂਜਾ ਜਿਹੜਾ ਹੈ ਦੁਬਾਰਾ 에ਅਰ ਨਹੀਂ ਆਏਗੀ। ਇੱਕ ਸਾਈਡ ਦੇ ਉੱਤੇ ਰੇਅਰ ਮੀਡੀਅਮ, ਦੂਜੀ ਸਾਈਡ ਦੇ ਉੱਤੇ ਬੇਟਾ ਸਾਡੇ ਕੋਲ ਕੀ ਆਏਗਾ? ਡੈਂਸਰ ਮੀਡੀਅਮ ਆਏਗਾ। ਦੇਖੋ ਬੇਟਾ ਇੱਕ ਅਸੀਂ ਆ ਵੀ ਪੜਿਆ, ਇਹ ਦੱਸੋ ਬੇਟਾ ਤੁਸੀਂ 10th ਕਲਾਸ ਵਿੱਚ ਪੜਿਆ ਹੈ, ਕੀ ਚੀਜ਼ ਹੈਗੀ ਹੈ? ਇਹ ਲੈਂਸ ਹੈਗਾ ਜੀ। ਆ ਲੈਂਸ ਹੈ। ਬਾਹਰ ਤੇ ਬੇਟਾ ਸਾਡੇ ਕੋਲ ਰੇਅਰ ਹੈ, ਅੰਦਰ ਸਾਡੇ ਕੋਲ ਕੀ ਹੈ? ਡੈਂਸਰ। ਫਿਰ ਦੇਖੋ ਬਾਹਰ ਕੀ ਆ ਜਾਂਦਾ? ਸਾਡੇ ਕੋਲ ਰੇਅਰ ਆ ਜਾਂਦਾ। ਇਹਦੇ ਵਿੱਚ 2 ਬਾਉਂਡਰੀਜ਼ ਆਉਂਦੀਆਂ ਨੇ। ਦੇਖੋ ਇੱਕ ਆ ਬਾਉਂਡਰੀ ਹੈ ਰੇਅਰ ਤੇ ਡੈਂਸਰ ਵਾਲੀ, ਫਿਰ ਇੱਕ ਹੋਰ ਬਾਉਂਡਡ ਸਰਫੇਸ ਆਇਆ,
ਉਹਨੇ ਡੈਂਸਰ ਤੇ ਰੇਅਰ ਨੂੰ ਸੈਪਰੇਟ ਕੀਤਾ ਹੈ। ਉਹ ਬੇਟਾ ਲੈਂਸ ਹੈ, ਪਰ ਇਹਦੇ ਵਿੱਚ ਕੀ ਹੈ, ਇੱਕੋ ਹੀ ਬਾਉਂਡਡ ਸਰਫੇਸ ਹੋਏਗਾ। ਉਸ ਸਰਫੇਸ ਦਾ ਨਾਮ ਅਸੀਂ ਲਿਖ ਦਿੰਦੇ ਆ XY। ਬੇਟਾ ਆਹ ਸਰਫੇਸ ਕੀ ਕਰ ਰਿਹਾ ਹੈ, ਰੇਅਰ ਮੀਡੀਅਮ ਨੂੰ ਡੈਂਸਰ ਮੀਡੀਅਮ ਤੋਂ ਬੇਟਾ ਸੈਪਰੇਟ ਕਰ ਰਿਹਾ ਹੈ। ਇਧਰ ਰੇਅਰ ਹੈ, ਇਧਰ ਬੇਟਾ ਥਰੂ ਆਊਟ ਮੀਡੀਅਮ ਸਾਡੇ ਕੋਲ ਕਿਹੜਾ ਆਏਗਾ, ਡੈਂਸਰ ਮੀਡੀਅਮ ਆਏਗਾ। ਇਸ ਨੂੰ ਅਸੀਂ ਬੋਲਦੇ ਬੇਟਾ ਕਨਵੈਕਸ। ਇਹ ਸਾਡੀ ਡਾਇਗਰਾਮ ਹੈ ਕਨਵੈਕਸ refracting surface. This is the convex refracting surface. ਬੇਟਾ ਆ ਜਿਹੜੀ ਗੁਲਾਈ ਹੈ ਨਾ, ਇਹਨੂੰ ਅਸੀਂ ਬੋਲਦੇ ਆ ਕਨਵੈਕਸ। ਜਿਸ ਤਰ੍ਹਾਂ ਬੇਟਾ ਅਸੀਂ ਹੱਥ ਜੋੜਦੇ ਆ, ਜਿਹੜੀ ਆ ਜਿਹੜੀ ਚੀਜ਼ ਹੈ ਨਾ, ਇਟ ਇਜ਼ ਦਾ ਕਨਵੈਕਸ ਟਾਈਪ। ਹਾਂਜੀ ਬੇਟਾ ਕਲੀਅਰ। ਦਿਸ ਇਜ਼ ਦਾ ਕਨਵੈਕਸ ਰੀਫਰੈਕਟਿੰਗ ਸਰਫੇਸ। ਇਸ ਤੋਂ ਬਾਅਦ ਸਾਡੇ ਕੋਲ ਇਹਨੂੰ ਅਸੀਂ ਸਮਝਦੇ ਹਾਂ, ਦੇਖੋ ਫਰਦਰ, ਜਿਹੜਾ ਇਸ ਸਰਫੇਸ ਦਾ ਸੈਂਟਰ ਆਏਗਾ ਬੇਟਾ ਇੱਥੇ ਕ, ਇਸ ਸਰਫੇਸ ਦਾ XY ਸਰਫੇਸ ਦਾ ਜਿਹੜਾ ਆ ਸੈਂਟਰ ਆਏਗਾ, ਇਸ ਨੂੰ ਅਸੀਂ ਬੇਟਾ ਬੋਲਦੇ ਹਾਂ ਪੋਲ। ਦਿਸ ਇਜ਼ ਕਾਲਡ ਦੀ ਪੋਲ ਆਫ ਦੀ ਰੀਫਰੈਕਟਿੰਗ ਸਰਫੇਸ। ਬੇਟਾ ਨੋਟ ਕਰ ਲਓ, ਇਹਨੂੰ ਅਸੀਂ ਬੋਲਦੇ ਹਾਂ ਪੋਲ। ਪੋਲ ਕੀ ਹੈ, ਜਿਹੜਾ ਰੀਫਰੈਕਟਿੰਗ ਸਰਫੇਸ ਹੈ ਉਹਦਾ ਜਿਹੜਾ ਸੈਂਟਰ ਹੋਏਗਾ ਉਹਨੂੰ ਅਸੀਂ ਬੋਲਾਂਗੇ ਪੋਲ। ਇਹਨੂੰ ਵਰਟੈਕਸ ਵੀ ਬੋਲਦੇ ਆ ਬੇਟਾ। ਦਿਸ ਇਜ਼ ਕਾਲਡ ਦਾ ਪੋਲ। ਹਾਂਜੀ ਬੇਟਾ ਕਲੀਅਰ। ਉਸ ਤੋਂ ਬਾਅਦ ਬੇਟਾ ਜੇ ਅਸੀਂ ਇਸ ਨੂੰ ਪੂਰਾ ਗੋਲ ਕਰੀਏ, ਇਸ ਤਰ੍ਹਾਂ ਆਪਣੇ ਅੰਦਾਜ਼ੇ ਦੇ ਨਾਲ ਇਹਨੂੰ ਅਸੀਂ ਪੂਰਾ ਦੇਖੀਏ, ਇਸ ਤਰ੍ਹਾਂ ਇੱਕ ਪੂਰਾ ਸਫੀਅਰ ਬਣਦਾ ਹੈ ਲਾਈਕ ਦਿਸ। ਇਹਦਾ ਜਿੱਥੇ ਸੈਂਟਰ ਆਏਗਾ, ਆ ਜਿਹੜਾ ਸੈਂਟਰ ਹੈ, ਇਹਨੂੰ ਅਸੀਂ ਬੋਲਦੇ ਹਾਂ ਸੈਂਟਰ ਆਫ ਕਰਵੇਚਰ। It is called center of curvature. ਹਾਂਜੀ ਬੇਟਾ ਕਲੀਅਰ ਹੈ। ਸੈਂਟਰ ਆਫ ਕਰਵੇਚਰ। ਸੈਂਟਰ ਆਫ ਕਰਵੇਚਰ ਕੀ ਹੈ, ਇਹ ਜਿਹੜਾ ਰੀਫਰੈਕਟਿੰਗ ਸਰਫੇਸ ਕਿੱਥੋਂ ਬਣਿਆ ਸੀ ਬੇਟਾ, ਇੱਕ ਸਫੀਅਰ ਤੋਂ ਬਣਿਆ ਸੀ। ਜਿੱਥੇ ਉਹ ਸਫੀਅਰ ਦਾ ਸੈਂਟਰ ਹੁੰਦਾ ਨਾ ਬੇਟਾ, ਉਹ ਜਿਹੜਾ ਸਾਡਾ ਸੈਂਟਰ ਆਫ ਕਰਵੇਚਰ ਹੈ। ਇਹ ਤੁਸੀਂ ਕਿਸ ਤਰ੍ਹਾਂ ਫਾਈਂਡ ਕਰਨਾ ਹੈ, ਅਪਰੋਕਸੀਮੇਟਲੀ ਤੁਸੀਂ ਦੇਖ ਲੈਣਾ ਆਈਡੀਆ ਲਗਾ ਕੇ ਕਿ ਇਹ ਚੱਕਰ ਕਿੱਥੇ ਕੰਪਲੀਟ ਹੁੰਦਾ, ਉਹਦੇ ਅਕੋਰਡਿੰਗ ਤੁਸੀਂ ਰਫਲੀ ਤੁਸੀਂ ਮਾਰਕ ਕਰਨਾ ਹੈ ਇਹ ਉਹਦਾ ਸੈਂਟਰ ਹੈ। ਤੇ ਡਾਇਗਰਾਮ ਵਿੱਚ ਬੇਟਾ ਆ ਚੀਜ਼ ਤੁਸੀਂ ਨਹੀਂ ਸ਼ੋ ਕਰਨੀ ਇਸ ਤਰ੍ਹਾਂ। ਹਾਂਜੀ ਬੇਟਾ ਕਲੀਅਰ। ਫਿਰ ਸੁਣੋ, ਸਾਡੇ ਕੋਲ ਡਿਸਕਸ ਕਿਹਦੇ ਬਾਰੇ ਕਰ ਰਹੇ ਹਾਂ, ਸਫੈਰਿਕਲ ਰੀਫਰੈਕਟਿੰਗ ਸਰਫੇਸ। ਇਹ ਕਿੱਥੋਂ ਬਣੇਗਾ, ਇੱਕ ਸਫੀਅਰ ਤੋਂ ਬਣੇਗਾ। ਸਫੀਅਰ ਕਾਹਦਾ ਬਣੇਗਾ, ਟਰਾਂਸਪੇਰੈਂਟ ਮਟੀਰੀਅਲ ਦਾ। ਕਿਹੜਾ ਹੋ ਸਕਦਾ ਹੈ ਉਹ ਗਲਾਸ ਹੋ ਸਕਦਾ ਹੈ। ਉਸ ਗਲਾਸ ਦਾ ਕੁਝ ਹਿੱਸਾ ਤੋੜ ਲਓ ਵਿੱਚੋਂ, ਉਹ ਸਾਡਾ ਜਿਹੜਾ ਆਏਗਾ ਸਫੈਰਿਕਲ ਰੀਫਰੈਕਟਿੰਗ ਸਰਫੇਸ ਹੋਏਗਾ। ਇੱਕ ਪਾਸੇ ਉਹਦੇ ਰੇਅਰ ਮੀਡੀਅਮ ਹੋਏਗਾ, ਦੂਜੇ ਪਾਸੇ ਜਿਹੜਾ ਹੈ ਇਹਦੇ ਅੰਦਰ ਡੈਂਸਰ ਮੀਡੀਅਮ ਹੋਏਗਾ। ਕਿੰਨੇ ਤਰ੍ਹਾਂ ਦੇ ਰੀਫਰੈਕਟਿੰਗ ਸਰਫੇਸ ਨੇ ਸਾਡੇ ਕੋਲ, ਦੋ ਤਰ੍ਹਾਂ ਦੇ ਨੇ। ਇੱਕ ਕਨਵੈਕਸ ਹੈ, ਦੂਜਾ ਕਿਹੜਾ ਹੈ ਸਾਡੇ ਕੋਲ ਕਨਕੇਵ। ਜਿਹੜਾ ਆ ਸਰਫੇਸ ਆਇਆ ਬੇਟਾ XY, ਇਹਦਾ ਜਿਹੜਾ ਸੈਂਟਰ ਹੈ ਉਹਨੂੰ ਅਸੀਂ ਪੋਲ ਬੋਲਦੇ ਆ। ਤੇ ਇਹ ਜਿਹੜੀ ਕਰਵੇਚਰ ਹੈ ਬੇਟਾ, ਇਹਨੂੰ ਪੂਰਾ ਗੋਲ ਕਰਕੇ ਦੇਖੋ, ਇਹਦਾ ਜਿੱਥੇ ਸੈਂਟਰ ਆਏਗਾ ਉਹ ਸਾਡਾ ਸੈਂਟਰ ਆਫ ਕਰਵੇਚਰ ਹੋਏਗਾ ਬੇਟਾ। ਹਾਂਜੀ ਕਲੀਅਰ। ਨਾਓ ਇੱਕ ਲਾਈਨ ਜਿਹੜੀ ਬਿਲਕੁਲ ਦੇਖੋ ਪਾਸ ਹੋ ਰਹੀ ਹੈ ਪੋਲ ਦੇ ਵਿੱਚੋਂ, ਇੱਕ ਲਾਈਨ ਦੇਖੋ ਬੇਟਾ ਬਿਲਕੁਲ ਸਿੱਧੀ ਪਾਸ ਕਰਤੀ, ਪੋਲ ਚੋਂ ਵੀ ਲੰਘ ਕੇ ਜਾ ਰਹੀ ਹੈ ਤੇ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਵੀ ਇੱਕ ਲਾਈਨ ਦੇਖੋ ਸਿੱਧੀ ਪਾਸ ਕਰ ਦਿੱਤੀ। ਇੱਕ ਐਕਸਿਸ ਮੈਂ ਬਿਲਕੁਲ ਸਿੱਧੀ ਪਾਸ ਕੀਤੀ, ਕਿਹਦੇ ਵਿੱਚੋਂ, ਸੈਂਟਰ ਆਫ ਕਰਵੇਚਰ ਦੇ ਵਿੱਚੋਂ ਤੇ ਬੇਟਾ ਪੋਲ ਦੇ ਵਿੱਚੋਂ ਲੰਘ ਕੇ ਜਾ ਰਹੀ ਹੈ। ਇਸ ਲਾਈਨ ਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲ ਐਕਸਿਸ। ਸਾਡੇ ਕੋਲ ਜਿਹੜਾ ਨਵਾਂ ਨਾਮ ਕੀ ਆ ਗਿਆ, ਪ੍ਰਿੰਸੀਪਲ ਐਕਸਿਸ। ਬੇਟਾ ਪ੍ਰਿੰਸੀਪਲ ਦੇ ਸਪੈਲਿੰਗ ਧਿਆਨ ਨਾਲ ਦੇਖ ਲਓ, ਮੁੱਖ PLE ਵਾਲਾ ਨਹੀਂ ਹੈ, ਉਹ ਤੇ ਬੇਟਾ ਸਿਧਾਂਤ ਹੁੰਦਾ ਨਾ PAL ਵਾਲਾ। ਜੇ ਪ੍ਰਿੰਸੀਪਲ ਐਕਸਿਸ ਮੁੱਖ ਰੇਖਾ, ਇਹ ਸਾਡੀ ਬੇਟਾ ਮੁੱਖ ਐਕਸਿਸ ਹੈਗੀ ਜੇ। ਠੀਕ ਹੈ ਬੇਟਾ, ਇਹਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲ ਐਕਸਿਸ। ਇਹ ਕਾਚੋਂ ਲੰਘਦੀ ਹੈ, ਪੋਲ ਦੇ ਵਿੱਚੋਂ ਵੀ ਪਾਸ ਹੁੰਦੀ ਹੈ ਤੇ ਨਾਲ ਦੇ ਨਾਲ ਸਾਡਾ ਜਿਹੜਾ ਸੈਂਟਰ ਆਫ ਕਰਵੇਚਰ ਹੈ ਉਹਦੇ ਵਿੱਚੋਂ ਵੀ ਇਹ ਜਿਹੜੀ ਹੈ ਐਕਸਿਸ ਜਿਹੜੀ ਸਾਡੀ ਉਹ ਪਾਸ ਹੋਏਗੀ। ਨੈਕਸਟ, P ਤੋਂ ਲੈ ਕੇ C ਤੱਕ, ਜਿਹਨੂੰ ਅਸੀਂ ਬੋਲਾਂਗੇ PC। P ਤੋਂ ਲੈ ਕੇ C ਤੱਕ ਦੀ ਜਿਹੜੀ ਦੂਰੀ ਹੈ, ਸੈਂਟਰ ਤੋਂ ਲੈ ਕੇ ਸਰਫੇਸ ਤੱਕ ਦੀ ਦੂਰੀ, ਇਹਨੂੰ ਅਸੀਂ ਬੋਲਦੇ ਹਾਂ ਰੇਡੀਅਸ ਆਫ ਕਰਵੇਚਰ।
ਇਟ ਇਜ਼ ਕਾਲਡ ਰੇਡੀਅਸ ਆਫ ਕਰਵੇਚਰ। ਬੇਟਾ ਇਹ ਤੇ ਆਲਰੇਡੀ ਤੁਸੀਂ ਜਾਣਦੇ ਹੀ ਹੋ, ਜਿਹੜਾ ਕੋਈ ਸਫੀਅਰ ਹੁੰਦਾ ਹੈ ਉਹਦਾ ਸੈਂਟਰ ਹੋਵੇ ਇਥੋਂ ਤੱਕ ਤੁਹਾਡਾ ਰੇਡੀਅਸ ਹੀ ਹੁੰਦਾ ਹੈ। ਆਹ ਸੈਂਟਰ ਹੈ ਤੇ ਇਥੋਂ ਤੱਕ ਸਾਡੇ ਕੋਲ ਕੀ ਆਏਗਾ, ਦਿਸ ਇਜ਼ ਦਾ ਰੇਡੀਅਸ ਆਫ ਕਰਵੇਚਰ। ਇਹ ਸਾਡਾ ਬੇਟਾ ਰੇਡੀਅਸ ਆਫ ਕੀ ਹੈਗਾ, ਕਰਵੇਚਰ ਹੈਗਾ। ਹਾਂਜੀ, ਇਹ ਪੁਆਇੰਟਸ ਕਲੀਅਰ ਹੋ ਗਏ। ਪੋਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਜਦੋਂ ਵੀ ਸਫੈਰਿਕਲ ਰੀਫਰੈਕਟਿੰਗ ਸਰਫੇਸ ਵਾਣਾ ਹੈ, ਭਾਵੇਂ ਕਨਵੈਕਸ ਤੇ ਭਾਵੇਂ ਅਸੀਂ ਕਨਕੇਵ ਵਾਣਾ ਹੈ, ਡਾਇਗਰਾਮ ਬਣਾ ਕੇ ਐਕਸ ਵਾਈ ਜ਼ਰੂਰ ਲਿਖਣਾ ਹੈ, ਇਹ ਸਰਫੇਸ ਜ਼ਰੂਰ ਲਿਖਣੇ ਆ। ਪਹਿਲਾਂ ਗੁਲਾਈ ਕਰ ਦੇਣੀ ਹੈ, ਬਾਅਦ ਚੋਂ ਇਹ ਥੋੜਾ ਜਿਹਾ ਇਹਨੂੰ ਜਿਹੜਾ ਹੈ ਸਟ੍ਰੇਟ ਕਰ ਦੇਣਾ ਹੈ, ਅੰਦਰ ਥੋੜਾ ਜਿਹਾ ਸ਼ੇਡਡ ਕਰਨਾ ਹੈ। ਐਕਸ ਤੇ ਵਾਈ ਬਾਹਰ ਰੇਅਰ ਮੀਡੀਅਮ, ਅੰਦਰ ਕਿਹੜਾ ਮੀਡੀਅਮ ਹੈ, ਡੈਂਸਰ। ਇੱਕ ਪੋਲ ਮਾਰਕ ਕਰਨਾ ਹੈ, ਇੱਕ ਸੈਂਟਰ ਮਾਰਕ ਕਰਨਾ ਹੈ, ਇੱਕ ਉਹਦੇ ਵਿੱਚੋਂ ਇੱਕ ਐਕਸਿਸ ਪਾਸ ਕਰ ਦੇਣੀ ਹੈ ਜਿਹਨੂੰ ਅਸੀਂ ਬੋਲਾਂਗੇ ਪ੍ਰਿੰਸੀਪਲ ਐਕਸਿਸ, ਤੇ ਪੋਲ ਤੋਂ ਲੈ ਕੇ ਸੈਂਟਰ ਆਫ ਕਰਵੇਚਰ ਤੱਕ ਜਿਹੜੀ ਦੂਰੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਰੇਡੀਅਸ ਆਫ ਕਰਵੇਚਰ। ਹਾਂਜੀ ਬੇਟਾ ਕਲੀਅਰ। ਜਿਹੜਾ ਰੇਅਰ ਮੀਡੀਅਮ ਹੈ ਇਹਨੂੰ ਅਸੀਂ ਡਿਨੋਟ ਕਰਨਾ ਹੈ μ1 ਦੇ ਨਾਲ। μ ਦਾ ਮਤਲਬ ਰਿਫਰੈਕਟਿਵ ਇੰਡੈਕਸ, ਇਥੇ 1 ਲਿਖਿਆ ਹੈ, ਇਹ ਰੇਅਰ ਮੀਡੀਅਮ ਵਾਸਤੇ। ਤੇ ਜਿਹੜਾ ਸਾਡੇ ਕੋਲ ਆ ਡੈਂਸਰ ਮੀਡੀਅਮ ਹੈ ਇਹਦਾ ਰਿਫਰੈਕਟਿਵ ਇੰਡੈਕਸ ਮੈਂ ਲਿਖਾਂਗਾ μ2। ਸਾਡੇ ਕੋਲ ਬੇਟਾ ਦੋ ਤਰ੍ਹਾਂ ਦੇ ਮੀਡੀਅਮਸ ਨੇ, ਇੱਕ μ1 ਤੇ ਦੂਸਰਾ ਹੈਗਾ ਸਾਡੇ ਕੋਲ μ2। ਇੱਕ ਨੂੰ ਅਸੀਂ ਲਿਖਾਂਗੇ μ1, ਇੱਕ μ2, ਇੱਕ ਰੇਅਰ ਮੀਡੀਅਮ ਤੇ ਦੂਸਰਾ ਸਾਡੇ ਕੋਲ ਆਏਗਾ ਬੇਟਾ ਡੈਂਸਰ ਮੀਡੀਅਮ। देयर आर टू टाइप्स ऑफ मीडियम। ਕਿਹੜਾ ਸਰਫੇਸ ਹੈ ਜਿਹੜਾ ਦੋਨਾਂ ਨੂੰ ਸੈਪਰੇਟ ਕਰ ਰਿਹਾ ਬੇਟਾ, ਸੋਚੋ ਕਿਹੜਾ ਸਰਫੇਸ ਹੈ ਜਿਹੜਾ ਦੋਨੋਂ ਮੀਡੀਅਮ ਨੂੰ ਸੈਪਰੇਟ ਕਰ ਰਿਹਾ ਹੈ, x ਤੇ y। this is a surface which separate these two medium। ਇਹ ਬੇਟਾ ਨੋਟ ਕਰ ਲਓ ਕਿਹੜੇ ਕਿਹੜੇ ਪੁਆਇੰਟ ਮੈਂ ਬਾਰ-ਬਾਰ ਯੂਜ਼ ਕਰਨੇ ਨੇ, pole, center of curvature, principal axis and what is PC, it is equal to radius of curvature। now ਇਹ ਡਾਇਗਰਾਮ ਤੇ ਮੈਂ ਬਣਾਈ ਆ ਕਿਹਦੇ ਬਾਰੇ ਬਣਾਈ ਸੀ, ਕਨਵੈਕਸ ਬਾਰੇ। ਇਹ ਕਨਵੈਕਸ ਦੀ ਹੈ, ਇਹਦੀ ਇਸ ਤਰ੍ਹਾਂ ਗੁਲਾਈ ਹੈ। ਹੁਣ ਧਿਆਨ ਨਾਲ ਦੇਖੋ, ਜੇ ਅਸੀਂ ਕਨਕੇਵ ਦੀ ਗੱਲ ਕਰੀਏ, ਕਨਕੇਵ ਵਾਸਤੇ we have to draw the diagram like this। this is a concave spherical refracting surface। ਇਹ ਸਾਡਾ ਜਿਹੜਾ ਹੈ concave refracting surface है। this is concave refracting surface। ਤੇ ਇੱਥੇ ਅਸੀਂ ਲਿਖਣਾ ਹੈ x ਤੇ ਇੱਥੇ ਲਿਖਣਾ ਹੈ ਬੇਟਾ y। ਆ ਬੇਟਾ ਅੰਦਰ ਨੂੰ ਹੋ ਗਿਆ, ਜਿਸ ਤਰ੍ਹਾਂ ਕੇਵ CAVE, ਕੇਵ ਦਾ ਮਤਲਬ ਸਾਨੂੰ ਪਤਾ ਹੈ ਗੁਫਾ। ਗੁਫਾ ਜਿਹੜੀ ਜਿਵੇਂ ਆਪਾਂ ਲਾਈਨ ਦੀ ਗੱਲ ਕਰੀਏ, ਸ਼ੇਰ ਦੀ ਗੁਫਾ, ਗੁਫਾ ਕਿੱਧਰ ਨੂੰ ਦੀ ਬੇਟਾ, ਅੰਦਰ ਨੂੰ ਹੁੰਦੀ ਹੈ। ਇਹ ਕਨਕੇਵ ਟਾਈਪ ਹੈ ਤੇ ਇਹ ਸਾਡਾ ਕਨਵੈਕਸ ਟਾਈਪ ਹੈ। ਹਾਂਜੀ ਕਲੀਅਰ। ਜਿਵੇਂ ਇਹਦਾ ਸੈਂਟਰ ਸੀ ਪੋਲ, ਇਹਦਾ ਵੀ ਇੱਕ ਜਿਹੜਾ ਸੈਂਟਰ ਆਏਗਾ ਉਹਨੂੰ ਵੀ ਅਸੀਂ ਕੀ ਬੋਲਾਂਗੇ ਬੇਟਾ, ਅਸੀਂ ਇਹਨੂੰ ਪੋਲ ਬੋਲਾਂਗੇ। ਉਸ ਤੋਂ ਬਾਅਦ ਇਹਦਾ ਸਰਕਲ ਕਿੱਧਰ ਨੂੰ ਕੰਪਲੀਟ ਹੁੰਦਾ, ਧਿਆਨ ਨਾਲ ਦੇਖੋ ਬੇਟਾ, ਇਹਦਾ ਸਰਕਲ ਇੱਥੇ ਕੰਪਲੀਟ ਹੁੰਦਾ ਸੀ ਲਾਈਕ ਦਿਸ, ਤੇ ਇੱਥੇ ਉਹਦਾ ਸੈਂਟਰ ਆ ਗਿਆ। ਹੁਣ ਇਹਦਾ ਸੋਚੋ ਬੇਟਾ, ਇਹ ਵਾਲਾ ਜਿਹੜਾ ਸਰਫੇਸ ਹੈ it will be completed like this, ਇਸ ਤਰ੍ਹਾਂ ਆਏਗਾ ਬਾਹਰ ਨੂੰ। ਇਹਦਾ ਮਤਲਬ ਇਹਦਾ ਸੈਂਟਰ ਆਫ ਕਰਵੇਚਰ ਕਿੱਧਰ ਆਏਗਾ, ਅੰਦਰ ਆਏਗਾ ਕਿ ਬਾਹਰ ਆਏਗਾ। ਇਹਦਾ ਜਿਹੜਾ ਸੈਂਟਰ ਆਫ ਕਰਵੇਚਰ will be like this here, ਜਾਂ ਇੱਥੇ ਕਵਾ ਲਓ ਜਿੱਥੇ ਉਹਦਾ ਸੈਂਟਰ ਆਂਦਾ ਹੈ approximately। this is the center of curvature। ਇਹਦਾ ਸੈਂਟਰ ਆਫ ਕਰਵੇਚਰ ਡੈਂਸਰ ਮੀਡੀਅਮ ਚ ਆਇਆ। ਦੇਖੋ ਜਿਹੜਾ ਕਨਵੈਕਸ ਹੈ ਇਹਦਾ ਸੈਂਟਰ ਆਫ ਕਰਵੇਚਰ ਡੈਂਸਰ ਮੀਡੀਅਮ ਚ ਹੈ, ਤੇ ਜਿਹੜਾ ਸਾਡਾ ਕਨਕੇਵ ਹੈ ਇਹਦਾ ਜਿਹੜਾ ਸੈਂਟਰ ਆਫ ਕਰਵੇਚਰ ਹੈ ਉਹ ਸਾਡੇ ਕੋਲ ਕਿਹੜੇ ਮੀਡੀਅਮ ਚ ਆਏਗਾ, ਰੇਅਰ ਮੀਡੀਅਮ ਚ ਆਏਗਾ। ਤੇ ਜਿਹੜੀ ਲਾਈਨ ਸੈਂਟਰ ਵਿੱਚੋਂ ਤੇ ਪੋਲ ਦੇ ਵਿੱਚੋਂ ਪਾਸ ਹੋ ਜਾਏਗੀ ਬੇਟਾ, ਉਸ ਨੂੰ ਅਸੀਂ ਕੀ ਬੋਲਦੇ ਆ, ਪ੍ਰਿੰਸੀਪਲ ਐਕਸਿਸ। ਦਿਸ ਇਜ਼ ਕਾਲਡ ਪ੍ਰਿੰਸੀਪਲ ਐਕਸਿਸ। ਆਈ ਥਿੰਕ ਕਿ ਬੇਟਾ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਰਹੀਆਂ ਨੇ। ਸੀ ਦੀ ਪ੍ਰੋਬਲਮ ਆਂਦੀ ਹੁੰਦੀ ਹੈ, ਬੜੇ ਧਿਆਨ ਨਾਲ ਸੁਣ ਲਓ ਕਿ ਜਿਹੜਾ ਆ ਗੁਲਾਈ ਆ ਰਹੀ ਹੈ, ਦੇਖੋ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਸਰਕਲ ਕੰਪਲੀਟ ਕਰਕੇ ਦੇਖਣਾ ਰਫ ਜਾ, ਉਹਦਾ ਜਿੱਥੇ ਇੱਕ ਸੈਂਟਰ ਆਵੇ ਉਹ ਸਾਡਾ ਸੈਂਟਰ ਆਫ ਕਰਵੇਚਰ ਆਏਗਾ। ਹਾਂਜੀ ਕਲੀਅਰ। ਇਹਦਾ ਤੇ ਐ ਨੂੰ ਆਇਆ ਤੇ ਇਹਦਾ ਜਿਹੜਾ ਐ ਨੂੰ ਸੈਂਟਰ ਬਾਹਰ ਆਏਗਾ ਜੀ,
ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਘੋਟਾ ਨਹੀਂ ਲਗਾਉਣਾ। ਜਦੋਂ ਇਹਨੂੰ ਕੰਪਲੀਟ ਕਰਕੇ ਦੇਖੋਗੇ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦਾ ਸੈਂਟਰ ਆਫ ਕਰਵੇਚਰ ਤੁਹਾਡਾ ਕਿੱਥੇ ਬਣਦਾ ਹੈ। ਆਈ ਥਿੰਕ ਕਿ ਬੇਟਾ ਤੁਹਾਨੂੰ ਇਹ ਦੋਨੋਂ ਚੀਜ਼ਾਂ ਕਲੀਅਰ ਹੈ। ਦੋਨਾਂ ਵਿੱਚ ਪੋਲ ਹੋਣਗੇ, ਦੋਨਾਂ ਵਿੱਚ ਸੈਂਟਰ ਆਫ ਕਰਵੇਚਰ ਹੋਣਗੇ, ਦੋਨਾਂ ਦੇ ਵਿੱਚ ਜਿਹੜਾ ਬੇਟਾ ਰੇਡੀਅਸ ਆਫ ਕਰਵੇਚਰ ਵੀ ਆਏਗਾ P ਤੋਂ ਲੈ ਕੇ C ਤੱਕ। ਇਟ ਇਜ਼ ਕਾਲਡ ਰੇਡੀਅਸ ਆਫ ਕਰਵੇਚਰ। ਇੱਥੇ μ1 ਰੇਅਰ ਮੀਡੀਅਮ ਹੈ, ਇੱਥੇ ਸਾਡੇ ਕੋਲ ਮੀਡੀਅਮ ਕਿਹੜਾ ਆ ਜਾਏਗਾ μ2 ਮੀਡੀਅਮ ਆ ਜਾਏਗਾ। ਆਈ ਥਿੰਕ ਕਿ ਤੁਹਾਨੂੰ ਬੇਟਾ ਦੋਨੋਂ ਡਾਇਗਰਾਮਸ ਜਿਹੜੀਆਂ ਨੇ ਇਹ ਪਤਾ ਲੱਗ ਗਿਆ ਕਿ ਕਿੰਨੇ ਤਰ੍ਹਾਂ ਦੇ ਸਫੈਰਿਕਲ ਸਰਫੇਸਿਸ ਹੁੰਦੇ ਨੇ, ਤੇ ਨਾਲੇ ਸਾਨੂੰ ਪੋਲ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਸੈਂਟਰ ਆਫ ਕਰਵੇਚਰ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਤੇ ਸਾਡੇ ਕੋਲ ਰੇਡੀਅਸ ਆਫ ਕਰਵੇਚਰ ਬਾਰੇ ਵੀ ਸਾਨੂੰ ਜਿਹੜਾ ਹੈ ਉਹ ਪਤਾ ਲੱਗ ਚੁੱਕਾ ਹੈ। ਹਾਂਜੀ ਬੇਟਾ ਕਲੀਅਰ। ਆਓ ਇਸ ਤੋਂ ਜਿਹੜਾ ਹੈ ਅਸੀਂ ਅੱਗੇ ਜਿਹੜਾ ਆਪਾਂ ਡਿਸਕਸ ਕਰਦੇ ਹਾਂ। ਹਾਂਜੀ ਮੈਂ ਇੱਕ ਡਾਇਗਰਾਮ ਤੇ ਜਿਹੜੀ ਹੈ ਹਲੇ ਮੈਂ ਕਨਕੇਵ ਵਾਲੀ ਜਿਹੜੀ ਹੈ ਉਹ ਰੱਬ ਕਰ ਦਿੱਤੀ ਹੈ। ਮੈਂ ਆਪਣੇ ਕੋਲ ਜਿਹੜੀ ਡਾਇਗਰਾਮ ਜਿਹੜੀ ਰੱਖੀ ਹੈ ਉਹ ਸਾਡੇ ਕੋਲ ਹੈਗੀ ਆ ਕਨਵੈਕਸ ਵਾਲੀ। ਹਾਂਜੀ ਬੇਟਾ ਕਲੀਅਰ। ਨਾਓ ਇਸ ਆਰਟੀਕਲ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਬੇਟਾ ਸਾਰਿਆਂ ਨੇ, ਕਿ ਜਦੋਂ ਵੀ ਆਬਜੈਕਟ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ, ਅਸੀਂ ਅਜ਼ਿਊਮ ਕਰਕੇ ਚੱਲੇ ਹਾਂ, ਮੰਨ ਕੇ ਚੱਲਾਂਗੇ, ਆਬਜੈਕਟ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਵਿਦ ਦਾ ਹੈਲਪ ਆਫ ਏ ਪੁਆਇੰਟ। ਇੱਕ ਪੁਆਇੰਟ ਦੇ ਨਾਲ ਅਸੀਂ ਆਬਜੈਕਟ ਨੂੰ ਰਿਪਰੈਜ਼ੈਂਟ ਕਰਨਾ ਹੈ। ਵੈਸੇ ਅਸੀਂ ਜਿਵੇਂ 10th ਕਲਾਸ 'ਚ ਪੜ੍ਹਿਆ ਹੈ, ਅਸੀਂ ਆਬਜੈਕਟ ਨੂੰ ਇਸ ਤਰ੍ਹਾਂ ਸ਼ੋ ਕਰਦੇ ਹਾਂ, AB ਇਜ਼ ਏ ਆਬਜੈਕਟ। ਅੱਗੇ ਲੈਂਸ ਪੜ੍ਹਿਆ ਬੇਟਾ ਆਪਾਂ, ਇਸ ਤਰ੍ਹਾਂ ਡਾਇਗਰਾਮ ਤੁਸੀਂ ਬਣਾਉਂਦੇ ਜੇ, ਉਦੋਂ ਆਬਜੈਕਟ ਨੂੰ ਅਸੀਂ AB ਦੇ ਨਾਲ ਸ਼ੋ ਕਰਦੇ ਹਾਂ। ਠੀਕ ਹੈ ਬੇਟਾ। ਪਰ ਹੁਣ ਜਿਹੜੀ ਹੈ ਇਹਨਾਂ ਆਰਟੀਕਲਸ ਦੇ ਵਿੱਚ ਆਬਜੈਕਟ ਵਿਲ ਬੀ ਰਿਪਰੈਜ਼ੈਂਟਡ ਵਿਦ ਦਾ ਹੈਲਪ ਆਫ ਏ ਪੁਆਇੰਟ। ਕਹਿਣ ਦਾ ਮਤਲਬ ਸਾਡੇ ਕੋਲ ਇੱਕ ਪੁਆਇੰਟ ਆਬਜੈਕਟ ਹੋਏਗੀ, ਤੇ ਉਹ ਪੁਆਇੰਟ ਆਬਜੈਕਟ ਨੂੰ ਕਿਹਦੇ ਉੱਪਰ ਅਸੀਂ ਰਿਪਰੈਜ਼ੈਂਟ ਕਰਨਾ ਹੈ, ਔਨ ਦਾ ਪ੍ਰਿੰਸੀਪਲ ਐਕਸਿਸ। ਪ੍ਰਿੰਸੀਪਲ ਐਕਸਿਸ ਦੇ ਉੱਪਰ ਜਿਹੜਾ ਹੈ ਆਪਾਂ ਉਹਨੂੰ ਰਿਪਰੈਜ਼ੈਂਟ ਕਰਨਾ ਹੈ। ਆਹ ਦੇਖੋ ਬੇਟਾ, ਇਹ ਸਾਡੀ ਪ੍ਰਿੰਸੀਪਲ ਐਕਸਿਸ। ਇਸ ਪ੍ਰਿੰਸੀਪਲ ਐਕਸਿਸ ਦੇ ਉੱਪਰ ਜਿਹੜੀ ਹੈ ਇਹ ਸਾਡੇ ਕੋਲ ਇੱਕ ਪੁਆਇੰਟ ਲੈ ਕੇ ਉਹ ਰਿਪਰੈਜ਼ੈਂਟ ਕਰਤਾ। ਦਿਸ ਇਜ਼ ਦਾ point object. Object is represented with the help of a point. ਇਹ ਪਹਿਲੀ ਗੱਲ ਤੁਸੀਂ ਆਪਣੇ ਮਾਈਂਡ 'ਚ ਰੱਖ ਲੈਣੀ ਹੈ ਕਿ ਆਬਜੈਕਟ ਨੂੰ ਕਿਹਦੇ ਉੱਤੇ ਵਾਣਾ ਹੈ, ਪ੍ਰਿੰਸੀਪਲ ਐਕਸਿਸ ਦੇ ਉੱਪਰ। ਕਿਸ ਤਰ੍ਹਾਂ ਸ਼ੋ ਕਰਨਾ ਹੈ, ਵਿਦ ਦਾ ਹੈਲਪ ਆਫ ਪੁਆਇੰਟ। ਹਾਂਜੀ ਅੱਗੇ ਚਲਿਏ। ਹਾਂਜੀ ਹੁਣ ਸੁਣੋ, ਸਾਰੀਆਂ ਰੇਸ ਕਿੱਥੋਂ ਨਿਕਲਣੀਆਂ? ਮੈਂ ਅੱਗੇ ਵੀ ਆਲਰੇਡੀ ਦੱਸਿਆ, ਆਬਜੈਕਟਸ ਤੋਂ। ਰੇਸ ਕਿੱਥੋਂ ਨਿਕਲਣੀਆਂ? ਆਬਜੈਕਟ ਤੋਂ ਹੀ ਸਾਰੀਆਂ ਜਿਹੜੀਆਂ ਰੇਸ ਜਿਹੜੀਆਂ ਉਹ ਨਿਕਲਣਗੀਆਂ। ਆਹ ਦੇਖੋ, ਇੱਕ ਰੇ ਹਰ ਪਾਸੇ ਰੇਸ ਨਿਕਲਣਗੀਆਂ। ਇੱਕ ਰੇ ਐਸੀ ਹੋਏਗੀ ਜਿਹੜੀ ਬਿਲਕੁਲ ਸਿੱਧੀ ਜਿਹੜੀ ਹੈ ਪ੍ਰਿੰਸੀਪਲ ਐਕਸਿਸ ਦੇ ਉੱਪਰ ਜਿਹੜੀ ਜਾ ਕੇ ਬੇਟਾ ਸਟ੍ਰਾਈਕ ਕਰੇਗੀ, ਇੱਥੇ ਪੋਲ ਦੇ ਉੱਪਰ ਜਾ ਕੇ ਸਟ੍ਰਾਈਕ ਕਰੇਗੀ। ਹਾਂਜੀ ਕਲੀਅਰ। ਜਿੱਥੇ ਜਾ ਕੇ ਰੇ ਸਟ੍ਰਾਈਕ ਕਰੇ, ਮੈਂ ਤੁਹਾਨੂੰ ਬਾਰ-ਬਾਰ ਸਟ੍ਰੈਸ ਦੇ ਕੇ ਕਹਿੰਦਾ ਹੁੰਦਾ ਕਿ ਜਿੱਥੇ ਵੀ ਜਾ ਕੇ ਰੇ ਸਟ੍ਰਾਈਕ ਕਰਦੀ ਹੈ, ਸਭ ਨਾਲੋਂ ਪਹਿਲਾ ਸਟੈਪ ਕੀ ਹੁੰਦਾ ਬੇਟਾ, ਉੱਥੇ ਜਾ ਕੇ ਨਾਰਮਲ ਡਰਾ ਕਰੀਦਾ। ਜੇ ਤੁਹਾਨੂੰ ਹਾਲੇ ਤੱਕ ਇਹ ਗੱਲ 5-6 ਲੈਕਚਰ ਹੋ ਗਏ ਨੇ, ਜੇ ਨਹੀਂ ਸੁਣੀ ਤੇ ਅੱਜ ਦੇ ਲੈਕਚਰ ਵਿੱਚ ਧਿਆਨ ਨਾਲ ਸੁਣ ਲਓ। ਜਿੱਥੇ ਵੀ ਜਾ ਕੇ ਰੇ ਸਟ੍ਰਾਈਕ ਕਰੇ, ਪਹਿਲਾ ਸਟੈਪ ਹੁੰਦਾ ਬੇਟਾ ਉੱਥੇ ਨਾਰਮਲ ਨੂੰ ਡਰਾ ਕਰਨਾ ਹੁੰਦਾ ਹੈ। ਮੈਂ ਇਸ ਤਰ੍ਹਾਂ ਬੜੀਆਂ ਡਾਇਗਰਾਮਸ ਬਣਾਈਆਂ ਨੇ। ਇਸ ਤਰ੍ਹਾਂ ਦੇਖੋ ਆਬਜੈਕਟ ਇੱਥੇ ਹੁੰਦੀ ਸੀ, ਤੇ ਜਦੋਂ ਜਾ ਕੇ ਰੇ ਸਟ੍ਰਾਈਕ ਕਰਦੀ ਸੀ ਲਾਈਕ ਦਿਸ, ਉੱਥੇ ਮੈਂ ਉੱਥੇ ਕੀ ਡਰਾ ਕਰਦਾ ਸੀ ਬੇਟਾ, ਨਾਰਮਲ। ਫਿਰ ਸਾਡੇ ਕੋਲ ਐਂਗਲ ਆਫ ਜਿਹੜਾ ਹੈ ਉਹ ਇਨਸੀਡੈਂਸ ਜਿਹੜਾ ਐਂਗਲ ਉਹ ਸਾਡੇ ਕੋਲ ਬਣ ਜਾਂਦਾ ਹੈ। ਹਾਂਜੀ ਬੇਟਾ ਕਲੀਅਰ। ਹੁਣ ਧਿਆਨ ਰੱਖਣਾ, ਆਬਜੈਕਟ ਨੂੰ ਅਸੀਂ ਪੁਆਇੰਟ ਆਬਜੈਕਟ ਨਾਲ ਸ਼ੋ ਕਰਤਾ। ਸਾਰੀਆਂ ਰੇਸ ਨਿਕਲਣੀਆਂ ਕਿੱਥੋਂ ਹੈ? ਆਬਜੈਕਟ ਤੋਂ ਨਿਕਲਣੀਆਂ ਹੈ। ਮੰਨ ਲਓ ਕਿ ਇੱਕ ਰੇ ਜਿਹੜੀ ਮੈਂ ਹਾਲੇ ਬਣਾਈ ਹੈ ਉਹ O ਤੋਂ ਨਿਕਲੀ ਤੇ ਸਿੱਧੀ ਜਾ ਕੇ ਕਿੱਥੇ ਸਟ੍ਰਾਈਕ ਕੀਤੀ? ਹਾਂਜੀ ਪੋਲ ਦੇ ਉੱਪਰ, ਪ੍ਰਿੰਸੀਪਲ ਐਕਸਿਸ ਦੇ ਅਲੋਂਗ ਜਿਹੜੀ ਹੈ ਪੋਲ ਦੇ ਉੱਪਰ ਜਾ ਕੇ ਬੇਟਾ ਉਹ ਸਟ੍ਰਾਈਕ ਕੀਤੀ। ਹੁਣ ਇੱਥੇ ਜਾ ਕੇ ਜਦੋਂ ਸਟ੍ਰਾਈਕ ਕਰੇਗੀ, ਕਿਉਂਕਿ ਅੱਗੇ ਜਾਣਾ ਉਹਨੇ ਡੈਂਸਰ ਦੇ ਵਿੱਚ, ਰੇਅਰ ਤੋਂ ਡੈਂਸਰ, ਜਿਵੇਂ ਆ ਚੱਲੀ ਸੀ ਬੇਟਾ ਡੈਂਸਰ ਤੋਂ ਬਾਹਰ ਚੱਲੀ ਸੀ ਰੇਅਰ 'ਚ। ਹੁਣ ਇਹਨੇ ਜਾ ਕੇ ਮੀਡੀਅਮ ਚੇਂਜ ਕਰਨਾ। ਅਸੀਂ ਇੱਥੇ P ਪੁਆਇੰਟ ਤੇ ਕੀ ਡਰਾ ਕਰਾਂਗੇ? ਨਾਰਮਲ। ਤੇ ਨਾਰਮਲ ਡਰਾ ਕਰਨ ਦਾ ਬੇਟਾ ਜਿਹੜਾ ਤਰੀਕਾ ਹੈ ਉਹ ਧਿਆਨ ਨਾਲ ਸੁਣ ਲਓ। ਹਾਂਜੀ ਤਿਆਰ ਜੇ? ਬਿਲਕੁਲ ਤਿਆਰ ਹੋ ਜਾਓ ਕਿ ਸਫੈਰਿਕਲ ਰੀਫਰੈਕਟਿੰਗ ਸਰਫੇਸ ਦੇ ਕੇਸਾਂ ਦੇ ਵਿੱਚ
ਨਾਰਮਲ ਕਿਵੇਂ ਡਰਾ ਕਰਨਾ ਹੈ। ਬੇਟਾ ਆਹ ਸਰਫੇਸ ਬਿਲਕੁਲ ਸਟ੍ਰੇਟ ਸੀਗਾ ਤੇ ਨਾਰਮਲ ਤੇ ਆਪਾਂ 90 ਡਿਗਰੀ ਦਾ ਐਂਗਲ ਹੁੰਦਾ ਹੈ। ਨਾਰਮਲ ਦਾ ਮਤਲਬ ਹੁੰਦਾ ਪਰਪੈਂਡੀਕੂਲਰ ਡਰਾ ਕਰਨਾ, ਉਹ ਤੇ ਬੜਾ ਈਜ਼ੀ ਪਤਾ ਲੱਗ ਜਾਂਦਾ ਵੀ ਇਹ ਨਾਰਮਲ ਹੈ। ਪਰ ਜਦੋਂ ਗਲਾਈ ਹੋਵੇ ਇਸ ਤਰ੍ਹਾਂ ਦੀ ਕਰਕੇ ਆਪਣਾ ਜਿਹੜਾ ਹੈ ਕਰਵ ਹੋਵੇ, ਉਦੋਂ ਨਾਰਮਲ ਡਰਾ ਕਿਸ ਤਰ੍ਹਾਂ ਕੀਤਾ ਜਾਏਗਾ। ਉਦੋਂ ਨਾਰਮਲ ਡਰਾ ਕਰਨ ਦਾ ਤਰੀਕਾ ਕੀ ਹੈ। ਆ ਦੇਖੋ ਬੇਟਾ, ਜਿਵੇਂ ਆ ਸਾਡੇ ਕੋਲ ਇੱਕ ਸਫੀਅਰ ਹੈ, ਇਥੋਂ ਇੱਕ ਰੇ ਜਿਹੜੀ ਇੱਥੇ ਸਟ੍ਰਾਈਕ ਕਰਦੀ ਹੈ। ਆ ਇੱਕ ਕਿਸਮ ਦਾ ਬੋਲੋ ਬੇਟਾ ਕੀ ਹੋ ਗਿਆ, ਰੇਡੀਅਸ ਹੈ। ਆ ਸਾਡਾ ਰੇਡੀਅਸ ਹੈ। ਅਸੀਂ ਇੱਕ ਚੀਜ਼ ਪੜ੍ਹੀ ਸੀ, ਰੇਡੀਅਸ ਤੇ ਦੂਸਰਾ ਸਾਨੂੰ ਪਤਾ ਹੈ ਜਿਹੜੀ ਟੈਂਜੈਂਟ ਹੁੰਦੀ ਹੈ ਉਹ ਆਪਸ ਵਿੱਚ ਪਰਪੈਂਡੀਕੂਲਰ ਹੁੰਦੇ ਆ। 9th 10th ਕਲਾਸ ਵਿੱਚ ਇੱਕ ਥਿਊਰਮ ਹੁੰਦੀ ਮੈਥ ਦੀ, ਰੇਡੀਅਸ ਤੇ ਜਿਹੜੀ ਆ ਟੈਂਜੈਂਟ ਡਰਾ ਕਰਾਂਗੇ ਬੇਟਾ, ਇਹ ਆਪਸ ਵਿੱਚ ਕੀ ਹੁੰਦੇ ਆ, ਪਰਪੈਂਡੀਕੂਲਰ। ਇਹਦਾ ਮਤਲਬ ਆ ਦੇਖੋ 90 ਡਿਗਰੀ ਦਾ ਐਂਗਲ ਹੋ ਗਿਆ। 90 ਡਿਗਰੀ ਦਾ ਐਂਗਲ ਦਾ ਮਤਲਬ ਆ ਕਰਵ ਹੋ ਗਿਆ। ਦੇਖੋ ਆ ਕਰਵ, ਉਹਨੂੰ ਅਸੀਂ ਇਥੋਂ ਸੈਂਟਰ ਦੇ ਨਾਲ ਲਾਈਨ ਜੋੜ ਦੇਣੀ ਹੈ। ਜਦੋਂ ਕਰਵ ਨੂੰ ਸੈਂਟਰ ਦੇ ਨਾਲ ਜੋੜ ਦੋਗੇ ਤੇ ਆਪਣੇ ਆਪ ਹੀ ਸਾਡੇ ਕੋਲ ਜਿਹੜਾ ਹੈ ਉਹ ਨਾਰਮਲ ਡਰਾ ਹੋ ਜਾਏਗਾ। ਹਾਂਜੀ ਹਾਂਜੀ ਬੇਟਾ ਕਲੀਅਰ। ਨਾਰਮਲ ਡਰਾ ਕਰਨ ਦਾ ਤਰੀਕਾ ਕੀ ਹੈ, ਜਿੱਥੇ ਰੇ ਸਟ੍ਰਾਈਕ ਕਰੇ ਉਹਨੂੰ ਤੁਸੀਂ ਸੈਂਟਰ ਆਫ ਕਰਵੇਚਰ ਦੇ ਨਾਲ ਲਾਈਨ ਨੂੰ ਜੋੜ ਦੇਣਾ ਹੈ। ਧਿਆਨ ਰੱਖਣਾ ਹੈ। ਹੁਣ ਰੇ ਕਿੱਥੇ ਸਟ੍ਰਾਈਕ ਕੀਤੀ ਹੈ, ਪੀ ਤੇ। ਹੁਣ ਪੀ ਪੁਆਇੰਟ ਨੂੰ ਸੀ ਨਾਲ ਜੋੜ ਦਿਓ ਬੇਟਾ, ਉਹ ਤੇ ਆਲਰੇਡੀ ਜੁੜਿਆ ਹੀ ਹੋਇਆ। ਆ ਜੇ ਸਾਡਾ ਬੇਟਾ ਨਾਰਮਲ, ਇਹ ਹੋ ਗਿਆ ਸਾਡਾ ਨਾਰਮਲ, ਕਿਉਂਕਿ ਇੱਥੇ ਟੈਂਜੈਂਟ ਡਰਾ ਕਰਕੇ ਦੇਖੋ ਇਹ ਆਟੋਮੈਟਿਕਲੀ ਸਾਡੇ ਕੋਲ 90 ਡਿਗਰੀ ਦਾ ਐਂਗਲ ਆ ਜਾਏਗਾ ਸਾਡੇ ਕੋਲ। ਹਾਂਜੀ ਬੇਟਾ ਕਲੀਅਰ। ਫਿਰ ਸੁਣੋ, ਨਾਰਮਲ ਡਰਾ ਕਰਨ ਦਾ ਤਰੀਕਾ, ਜਿੱਥੇ ਜਾ ਕੇ ਰੇ ਸਟ੍ਰਾਈਕ ਕਰੇ ਉਸ ਪੁਆਇੰਟ ਨੂੰ ਸੈਂਟਰ ਦੇ ਨਾਲ ਤੁਸੀਂ ਬੇਟਾ ਜੋੜ ਦੇਣਾ ਹੈ। ਹਾਂਜੀ ਹੁਣ ਦੇਖੋ, ਮੰਨ ਲਓ ਕਿ ਰੇ ਇੱਥੇ ਸਟ੍ਰਾਈਕ ਕਰਦੀ ਹੈ, ਆਹ ਪੁਆਇੰਟ ਹੈ ਕੋਈ, ਇੱਥੇ ਜਾ ਕੇ ਬੇਟਾ ਰੇ ਸਟ੍ਰਾਈਕ ਕੀਤੀ, ਇਸ ਪੁਆਇੰਟ ਦਾ ਨਾਮ ਹੈ ਸਪੋਜ਼ A, ਇੱਥੇ ਜਾ ਕੇ ਰੇ ਸਟ੍ਰਾਈਕ ਕੀਤੀ। ਹੁਣ ਇੱਥੇ ਕੀ ਡਰਾ ਕਰਨਾ ਹੈ, ਨਾਰਮਲ। ਤੇ ਨਾਰਮਲ ਡਰਾ ਕਰਨ ਦਾ ਕੀ ਤਰੀਕਾ ਦੱਸਿਆ ਮੈਂ ਹੁਣੇ, ਕਿ ਉਸ ਪੁਆਇੰਟ ਨੂੰ ਸੈਂਟਰ ਦੇ ਨਾਲ ਅਸੀਂ ਇਹਨੂੰ ਜੁਆਇਨ ਕਰ ਦੇਣਾ। ਦੇਖੋ ਬੇਟਾ, ਨਾਓ ਦਿਸ ਵਿਲ ਬੀ ਦਾ ਨਾਰਮਲ। ਆ ਜੇ ਸਾਡਾ ਬੇਟਾ ਨਾਰਮਲ, ਬਸ ਸੈਂਟਰ ਨੂੰ ਤੁਸੀਂ ਉਸ ਪੁਆਇੰਟ ਦੇ ਨਾਲ ਜੁਆਇਨ ਕਰ ਦਿਓ, ਉਹ ਸਾਡਾ ਨਾਰਮਲ ਆ ਜਾਏਗਾ। ਤੇ ਨਾਰਮਲ ਕਾਹਦੇ ਨਾਲ ਡਰਾ ਕਰਦੇ ਆ, ਹਮੇਸ਼ਾ ਡਰਾ ਕਰਦੇ ਆ ਵਿਦ ਦਾ ਹੈਲਪ ਆਫ ਏ ਡਾਟਡ ਲਾਈਨ। ਹਾਂਜੀ ਬੇਟਾ ਕਲੀਅਰ। ਇਹ ਤੁਸੀਂ ਨੋਟ ਕਰ ਲਓ, ਹਾਊ ਟੂ ਡਰਾ ਨਾਰਮਲ, ਹਾਊ ਟੂ ਡਰਾ ਦਾ ਨਾਰਮਲ ਇਨ ਕੇਸ ਆਫ ਸਫੈਰਿਕਲ ਸਰਫੇਸ। ਕੀ ਕਰਨਾ ਹੈ, ਜਿੱਥੇ ਰੇ ਸਟ੍ਰਾਈਕ ਕਰੇ ਉਸ ਪੁਆਇੰਟ ਨੂੰ ਸੈਂਟਰ ਦੇ ਨਾਲ ਜੋੜ ਦੇਣਾ, ਬਸ ਹੋਰ ਕੁਝ ਨਹੀਂ ਕਰਨਾ। ਇਸ ਤਰ੍ਹਾਂ ਬੇਟਾ ਅਸੀਂ ਨਾਰਮਲ ਡਰਾ ਕਰਨੇ ਆ। ਮੰਨ ਲਓ ਕਿ ਰੇ ਇੱਥੇ ਸਟ੍ਰਾਈਕ ਕਰਦੀ ਹੈ। ਹਾਂਜੀ, ਹਾਊ ਟੂ ਡਰਾ ਨਾਰਮਲ, ਇੱਥੇ ਹੈ ਕੋਈ ਪੁਆਇੰਟ B, ਇੱਥੇ ਸਟ੍ਰਾਈਕ ਕੀਤੀ ਬੇਟਾ, ਨਾਰਮਲ ਕਿਸ ਤਰ੍ਹਾਂ ਡਰਾ ਕਰੋਗੇ, ਇਸ ਪੁਆਇੰਟ ਨੂੰ ਤੁਸੀਂ ਜਿਹੜਾ ਹੈ ਉਹ ਸੈਂਟਰ ਦੇ ਨਾਲ ਜੋੜ ਦੋਗੇ, ਇਹ ਸਾਡਾ ਕੀ ਆ ਜਾਏਗਾ, ਨਾਰਮਲ ਆ ਜਾਏਗਾ। ਹਾਂਜੀ ਬੇਟਾ ਕਲੀਅਰ। ਹੁਣ ਤੁਹਾਨੂੰ ਬੇਟਾ ਇੱਕ ਚੀਜ਼ ਕਲੀਅਰ ਹੋ ਗਈ, ਇਹ ਸਰਫੇਸ ਕਿਹੜਾ ਸੀ, ਸਫੈਰਿਕਲ, ਕਿਹੜਾ, ਕਨਵੈਕਸ। what is P, pole. what is C, center of curvature. what is R, radius of curvature. what is O, object, ਕਾਹਦੇ ਨਾਲ ਸ਼ੋ ਕਰਨੀ ਹੈ, with the help of a point. ਉਹ ਪੁਆਇੰਟ ਕਿਹਦੇ ਉੱਪਰ ਹੋਏਗਾ, on the principal axis. ਸਾਰੀਆਂ ਰੇਸ ਕਿੱਥੋਂ ਨਿਕਲਣੀਆਂ ਨੇ, ਆਬਜੈਕਟਸ ਤੋਂ। ਇੱਕ ਰੇ ਕਿਹੜੀ ਹੋਏਗੀ, ਜਿਹੜੀ ਸਿੱਧੀ ਜਾ ਕੇ ਕਾਹਦੇ ਉੱਤੇ ਵੱਜੇਗੀ, ਪੋਲ ਦੇ ਉੱਪਰ ਵੱਜੇਗੀ। ਜਿੱਥੇ ਵੀ ਰੇ ਸਟ੍ਰਾਈਕ ਕਰੇ, ਪੋਲ ਤੇ ਕਰੇ, A ਤੇ ਕਰੇ, B ਤੇ ਕਰੇ, ਜਿੱਥੇ ਵੀ ਰੇ ਸਟ੍ਰਾਈਕ ਕਰੇ, ਸਭ ਨਾਲੋਂ ਪਹਿਲਾ ਸਟੈਪ ਉੱਥੇ ਕੀ ਡਰਾ ਕਰਨਾ ਆਪਾਂ ਬੇਟਾ, ਅਸੀਂ ਉੱਥੇ ਨਾਰਮਲ ਜਿਹੜਾ ਹੈ ਉਹਨੂੰ ਡਰਾ ਕਰਨਾ ਹੈ। ਤੇ ਨਾਰਮਲ ਅਸੀਂ ਕਾਹਦੇ ਨਾਲ ਡਰਾ ਕਰਨਾ ਹੈ, ਅਸੀਂ ਨਾਰਮਲ ਡਰਾ ਕਰਨਾ ਵਿਦ ਦਾ ਹੈਲਪ ਆਫ ਏ ਡਾਟਡ ਲਾਈਨ। ਉਹਦੇ ਨਾਲ ਅਸੀਂ ਜਿਹੜਾ ਬੇਟਾ ਅਸੀਂ ਨਾਰਮਲ ਨੂੰ ਆਪਾਂ ਡਰਾ ਕਰਾਂਗੇ। ਨਾਓ ਇਸ ਡਾਇਗਰਾਮ ਨੂੰ ਮੈਂ ਰੱਬ ਕਰਕੇ ਬੇਟਾ ਹੁਣ ਮੈਂ ਦੁਬਾਰਾ ਬਣਾਉਣ ਲੱਗਾ। ਇਹਨੂੰ ਹੁਣ ਸਮਝਣਾ ਹੈ ਕਿ ਰੇਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਮੁੜਨੀਆਂ ਨੇ, ਥੋੜਾ ਜਿਹਾ ਸਮਝੋ। ਅੱਜ ਦੇ ਲੈਕਚਰ ਦੇ ਵਿੱਚ ਜਸਟ ਤੁਸੀਂ ਬੇਟਾ ਇਨਫੋਰਮੇਸ਼ਨ ਇਕੱਠੀਆਂ ਕਰੋ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕੀ ਕਰਨਾ ਹੈ। ਤੇ ਨੈਕਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਹਦੀਆਂ ਡਾਇਗਰਾਮਸ ਕੰਪਲੀਟ ਬਣਾ ਕੇ ਦੇਵਾਂਗਾ ਕਿ ਇਹ ਡਾਇਗਰਾਮ ਕਿਸ ਤਰ੍ਹਾਂ ਬਣਦੀਆਂ ਨੇ। ਤੇ ਉਸ ਤੋਂ ਅਗਲੇ ਜਿਹੜੇ ਲੈਕਚਰ ਹੋਣਗੇ ਉਹਦੇ 'ਚ ਅਸੀਂ ਆਰਟੀਕਲ ਨੂੰ ਪ੍ਰੂਵ ਕਰਨਾ ਹੈ।
बेटा जे तुसी ए 2 लैक्चर जिहड़े होने वाला ते इस तो नैक्सट ए चंगे तरीके नाल समझ ले, डायग्राम बनानी तुहानूं आ गई, फिर बेटा आर्टिकल करना बहुत ही जिहड़ा है वो ईजी है। नाउ मैं गल करन लगा कन्वैक्स की। नाउ व्हाट इज दिस? दिस इज कन्वैक्स लेंस है बेटा कोई नहीं, इट इज कन्वैक्स रिफ्रैक्टिंग सरफेस। इनू शेडिड करना जरूरी है, बिल्कुल जरूरी है। हाँ जी, शेडिड करांगे तां ही पता लगेगा कि एक पासे रेयर मीडियम है, एक पासे साडा डेंसर मीडियम है। हुण इत्थे की लिखांगे x, इत्थे की लिखांगे y। ए सरफेस ए की आएगा बेटा साडे कोल ओदा पोल, इत्थे की आएगा लगभग ओदा सेंटर ऑफ कर्वेचर, ते जेड़ी एक्सिस पोल दे विचों ते सेंटर ऑफ कर्वेचर दे विचों पास होएगी वो साडी किहड़ी हो गई? प्रिंसिपल एक्सिस हो गई। इत्थे की लिखांगे μ1, अंदर की लिखांगे μ2। केड़ा मीडियम? डेंसर। बाहर केड़ा साडे कोल? मान लो रेयर मीडियम है। ते ऑब्जेक्ट नूं असी किहदे उत्ते रिप्रेजेंट करना है? प्रिंसिपल एक्सिस दे ऊपर। काहदे नाल रिप्रेजेंट करना है? विद द हेल्प ऑफ ए पॉइंट। आई थिंक तुहानूं सारा बेटा इस तक क्लियर हो गया। नाउ पहला देखो बेटा, ऑब्जेक्ट केड़े मीडियम च है? मेरी ऑब्जेक्ट रेयर मीडियम च हैगी बेटा। क्लियर? सारियां रेज इथों निकलियां, मान लो एक रे सीधी गई जाके पोल दे ऊपर जाके बेटा स्ट्राइक की। क्लियर? हुण की करा? पोल दे ऊपर की ड्रॉ करांगे? नॉर्मल ड्रॉ करांगे। ते बेटा नॉर्मल किवें ड्रॉ हुंदा है? इस पोल नूं सेंटर दे नाल मैं जोड़ दांगा। ते बेटा ते ऑलरेडी जुड़िया है, देखो दोनों जने इस तरह असीं इहनूं जोड़ांगे। ਇਹ ਤੇ ਆਲਰੇਡੀ ਲਾਈਨ ਪਹਿਲਾਂ ਹੀ ਜੁੜੀ ਹੋਈ ਹੈ। ਇਹਦਾ ਮਤਲਬ ਸਾਡੇ ਕੋਲ ਐਂਗਲ ਆਫ ਇਨਸੀਡੈਂਸ ਕਿੰਨਾ ਆ? ਇਹ ਇਨਸੀਡੈਂਟ ਰੇ ਤੇ ਇਹੀਓ ਸਾਡਾ ਨਾਰਮਲ ਆ ਗਿਆ। ਜਿਸ ਤਰ੍ਹਾਂ ਬੇਟਾ ਇੱਥੇ ਡਾਇਗਰਾਮ ਸੀ, ਇੱਕ ਰੇ ਇੱਥੇ ਜਾ ਕੇ ਸਟ੍ਰਾਈਕ ਕੀਤੀ ਸੀ, ਦੇਖੋ ਪਿਛਲੇ ਆਰਟੀਕਲ ਇੱਥੇ ਜਦੋਂ ਮੈਂ A ਪੁਆਇੰਟ ਲਿਖਿਆ ਸੀ, ਇੱਥੇ ਕੀ ਡਰਾ ਕੀਤਾ ਸੀ? ਨਾਰਮਲ। ਦੱਸੋ ਬੇਟਾ ਰੇ ਕਿੱਧਰ ਜਾਂਦੀ ਸੀ ਬਾਅਦ ਚੋਂ? ਇਹ ਬਿਲਕੁਲ ਸਿੱਧੀ ਚਲੀ ਗਈ ਸੀ, ਬਿਲਕੁਲ ਵੀ ਨਹੀਂ ਮੁੜੀ ਸੀ। ਕਿਉਂ? इस जिहड़ी है रे वास्ते I दी वैल्यू कितनी है? 0, ते R दी वैल्यू भी कितनी होंदी है? 0 होंदी है। हुण जिहड़ी रे प्रिंसिपल एक्सिस दे ऊपर आएगी ओदे वास्ते I कितना है? 0। बेटा एंगल ही नहीं बनिया, रे इधर नॉर्मल भी इधर, इन्हां च एंगल ही कोई नहीं है, 0 है। तो जे I 0 है ते R भी कितना आएगा? 0। ਇਹਦਾ मतलब दिस रे विल गो स्ट्रेट, बिल्कुल बेटा सीधी निकल जाएगी विदाउट एनी डेविएशन। इन्हें नहीं मुड़ना, इन्हें बिल्कुल सीधी चली जाना है। केड़ी रे है जिहड़ी विदाउट एनी डेविएशन जिहड़ी है बिल्कुल सीधी चली जाती है? द रे विच पासिस थ्रू द, हाँ जी, द रे विच पासिस थ्रू द पोल। जिहड़ी पोल दे विचों आएगी उन्हें बेटा सीधी चली जाना है। हाँ जी बेटा क्लियर? अच्छा नेक्स्ट, मान लो दूसरी रे साडी इस A पॉइंट दे ऊपर जाके स्ट्राइक की थी। आ जे बेटा साडा पॉइंट A, इत्थे जाके स्ट्राइक की है। हाँ जी बेटा क्लियर? हुण की करिए? जे इत्थे रे स्ट्राइक कर दी है, पहला स्टेप बेटा जल्दी बोलो, इत्थे की ड्रॉ करांगे? इत्थे असीं ड्रॉ करांगे नॉर्मल। ते नॉर्मल ड्रॉ करन दा तरीका, A नूं C दे नाल डॉटेड लाइन दे नाल बेटा आपां इहनूं जोड़ देने आ। ਇਹ साडा आ गया नॉर्मल। हाँ जी बेटा क्लियर? हुण आपे दसो बेटा आई एंगल केड़ा होएगा? आई एंगल का मतलब जानते हो? एंगल ऑफ इंसीडेंस। हाँ जी, वो कादे कादे विच होंदा है? इंसीडेंट रे ते नॉर्मल दे विचकार एंगल होंदा है। लभो आ साडी केड़ी रे आ? इंसीडेंस। ते आ की चीज है? इत्थे एंड लिखता। आ की चीज है? इंसीडेंट रे। एंड व्हाट इज दिस? नॉर्मल। इंसीडेंट रे ते नॉर्मल दे विचकार आ वाला जिहड़ा एंगल है, इट इज कॉल्ड एंगल ऑफ इंसीडेंस। हाँ जी बेटा क्लियर? व्हाट इज एंगल ऑफ इंसीडेंस? इंसीडेंट रे ते नॉर्मल दे विचकार जिहड़ा एंगल होंदा है उस नूं असीं बोलदे हैं एंगल ऑफ इंसीडेंस। हाँ जी बेटा क्लियर? नाउ दिस रे विल गो फ्रॉम रेयर टू, अंदर चली है बेटा ते। हाँ जी, इन्हें जिहड़ा है रेयर तो केड़े मीडियम जाना है? रेयर टू डेंसर। ते अगे की दस्सिया तुहानूं? रेयर टू डेंसर दा मतलब
bends towards normal के away from normal। सोचो बेटा यह चीज पक्की आंदी है तुहानू, जदों भी रे रेयर टू डेंसर जावे इट विल बेंड टुवर्ड्स नॉर्मल, उन्हें नॉर्मल वाल बेंड हो जाना है। हुण ध्यान नाल देखो आ जे साडा नॉर्मल बेटा इन्ना वड्डा नॉर्मल है, नॉर्मल दा कुछ हिस्सा रेयर मीडियम च है, आ रेयर मीडियम च है, आ जिहड़ा है नॉर्मल दा हिस्सा डेंसर मीडियम च है। हाँ जी बेटा क्लियर, तुसीं इहनूं नहीं देखना। हुण आ हिस्सा नॉर्मल दा लेना है, रे चली है डेंसर मीडियम च, किधर नूं मोड़ना है टुवर्ड्स नॉर्मल। ਇਹਦਾ मतलब ਇਹ ਰੇ इस तरह ਜਾਂਦੀ ਜਾਂਦੀ बेटा इस तरह ਜਿਹੜੀ ਆ ਮੁੜ ਗਈ। ਆ ਦੇਖੋ इस तरह ਜਾਂਦੀ ਐ ਨੂੰ ਕਿਉਂ ਮੁੜੀ, ਉਹ ਨॉर्मल वाले पासे मुड़ गई। ਇਹ ਜੇ ਸਾਡਾ नॉर्मल ਐ नहीं है, ਆ ਜੇ ਸਾਡਾ नॉर्मल ਦਾ ਹਿੱਸਾ ਜਿਹੜਾ अंदर वाला, ਇਹ ਰੇ इधर क्यों मुड़ी टुवर्ड्स नॉर्मल बेटा ਇਹ मुड़ गई। उस तो बाद इन्हें सीधी जाना है, सीधी जाके बेटा किते ना किते जाके इन्हें इत्थे मीट कर जाना है, इत्थे जाके एक रे आ रही देखो सीधी पोल दे विचों लंघ के, एक रे उपरों मुड़ के इत्थे आ गई। जदों दो रिफ्रैक्टिंग रेज ए दोनों रिफ्रैक्टिंग रे है, एक इत्थों आई एक उपरों मुड़ के आई, जिथे मीट करेगी उत्थे साडे कोल बन जाएगा बेटा इमेज बन जाएगा इस पॉइंट ऑब्जेक्ट दा, इत्थे साडा जिहड़ा है वो इमेज बन जाएगा बेटा। हाँ जी बेटा क्लियर, इनू तो असीं बाद चों डिस्कस करना है। हुण आ दसो आई की चीज है एंगल ऑफ इंसीडेंस, क्लियर। हुण सोचो आर कित्थे होएगा बेटा, आर एंगल कित्थे होएगा, आर की है एंगल ऑफ रिफ्रैक्शन। रिफ्रैक्शन वाला एंगल कच बनदा है, रिफ्रैक्टिड रे ते नॉर्मल दे विच बनदा है। आ जे साडी अंदर मुड़ी हुई रे रिफ्रैक्टिड रे ते आ जे साडा की भला नॉर्मल, ते आ वाला जिहड़ा एंगल है ना इनू असीं बोलांगे आर। कादे कादे च एंगल, आ इंसीडेंट रे ए जिहड़ी मुड़ गई रिफ्रैक्टिड रे, इंसीडेंट रे ते नॉर्मल आई एंगल, रिफ्रैक्टिड रे ते नॉर्मल साडे कोल किहड़ा एंगल आ गया बेटा, ए साडे कोल आ गया आर एंगल। इत्थों तक बेटा तुहानू आई थिंक सारा क्लीयर हो गया कि केड़ी चीज़ मैं तुहानू बेटा इस तक समझाई है। ते नैक्सट लैक्चर दे विच मैं बेटा सारियां इहदियां डायग्राम्स जिहड़ियां आपां डिस्कस करांगा। घट्टो घट साडे कोल 5 डायग्राम्स ने, आपां उन्हां नू चंगे तरीके नाल डिस्कस करन तो बाद ओहदे आर्टिकल असीं नैक्सट जिहड़ा लैक्चर डिस्कस करांगे। थैंक यू।